ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੱਚੇ ਪਿਤਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰ। ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਮਾਣ ਰਹੇ ਹੋ ਤੇ ਪਾਵਨ ਸਥਾਨ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਰਿਠੇ ਸਭ ਦੁੱਖ ਜਾਏ। ਅਸ਼ਟਮ ਬਲਬੀਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇੱਥੋਂ ਹਾਜ਼ਰੀਆਂ ਲਵਾ ਰਹੇ ਨੇ। ਬੜੇ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਜੋ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਹੈ, ਉਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਗੌੜੀ ਰਾਗ ਦੇ ਅੰਦਰ ਗੁਰਦੇਵ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇਹ ਬਚਨ ਹੈ। ਸਤਿਗੁਰ ਜੀ ਰਹਿਮਤ ਕਰਨ, ਆਪ ਅਸੀਸ ਬਖਸ਼ੋ। ਵਿਚਾਰ ਆਪ ਸੰਗਤਾਂ ਦੀ ਸੇਵਾ ਵਿੱਚ ਕਰ ਸਕਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੱਜ ਕੇ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜੁਨ ਦੇਵ ਮਹਾਰਾਜ ਇੱਕ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੂੰ ਹੀ ਸਭ ਤੋਂ ਤਾਕਤਵਰ, ਅਸੀਮ ਤਾਕਤ ਵਾਲਾ ਔਰ ਹਰ ਥਾਂ ਤੇ ਮੌਜੂਦ ਆਖਦੇ ਨੇ। ਪਿੱਛੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਅਸਾਂ ਸਾਰਿਆਂ ਨੇ ਮਨਾਇਆ। ਉਹ ਸਾਖੀਆਂ ਆਪ ਜੀ ਨੇ ਸੁਣੀਆਂ। ਬੇਅੰਤ ਸਤਿਗੁਰ ਜੀ ਨੇ ਰਹਿਮਤਾਂ। 40-42 ਹਜ਼ਾਰ ਮੀਲ ਦਾ ਸਫ਼ਰ ਸਤਿਗੁਰ ਜੀ ਨੇ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੀ ਆਈ। ਬਾਜੋ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਘੁੰਮਣ ਵਾਲੇ ਤੇ ਬਹੁਤ ਹੋਏ ਨੇ ਪਹਿਲਾਂ ਵੀ, ਅੱਜ ਵੀ ਲੋਕੀ ਘੁੰਮਦੇ ਨੇ, ਪਹਾੜਾਂ ਤੇ ਚੜ੍ਹਦੇ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਅਰਬ ਦੇਸ਼ ਦਾ ਇੱਕ ਹੋਰ ਘੁਮੱਕੜ ਸੀ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨੇ ਸਿਰਫ ਘੁੰਮਿਆ ਹੀ ਹੈ। ਉਹਦਾ ਨਾਮ ਹੈ ਇਬਨ ਬਤੂਤਾ। 30,000 ਮੀਲ ਉਹ ਵੀ ਸਫ਼ਰ ਕਰਦਾ ਰਿਹਾ ਹੈ। ਗਲੀਲੀਓ ਨੇ ਵੀ ਸਫ਼ਰ ਕੀਤਾ ਹੈ। ਪਰ ਸਤਿਗੁਰ ਜੀ ਦਾ ਸਫ਼ਰ, ਸਤਿਗੁਰ ਜੀ ਦੀਆਂ ਉਦਾਸੀਆਂ, ਇਹਨਾਂ ਦੇ ਨਾਲ ਬਿਲਕੁਲ ਵੀ ਇੱਕ ਰੂਪ 'ਚ ਅਸੀਂ ਕਹੀਏ ਜੀ ਉਹ ਵੀ ਘੁੰਮਣ ਗਏ ਤੇ ਗੁਰੂ ਸਾਹਿਬ ਵੀ ਨਿਕਲੇ ਨੇ, ਨਹੀਂ, ਬਹੁਤ ਫਰਕ ਹੈ। ਸਤਿਗੁਰ ਜੀ ਤੁਰੇ ਨੇ, ਚੜਿਆ ਸੋਧਣ ਧਰਤ ਲੁਕਾਈ। ਉਹ ਧਰਤੀ ਦੇ ਖਿੱਤਿਆਂ ਨੂੰ ਹੜਪਣ ਵਾਸਤੇ ਨਿਕਲੇ ਨੇ। ਉਹ ਲੋਕਾਂ ਤੋਂ ਚੀਜ਼ਾਂ, ਸਮਾਨ, ਹੋਰ ਚੀਜ਼ਾਂ ਲੈਣ ਵਾਸਤੇ, ਖੋਣ ਵਾਸਤੇ ਤੁਰੇ ਨੇ, ਜਾਣਨ ਵਾਸਤੇ ਤੁਰੇ ਨੇ ਤੇ ਸਤਿਗੁਰ ਜੀ ਦੇਣ ਵਾਸਤੇ ਤੁਰੇ ਨੇ। ਸਤਿਗੁਰ ਜੀ ਪਾਰ ਬ੍ਰਹਮ ਪਰਮੇਸ਼ਵਰ ਦਾ ਇੱਕ ਨਾਮ ਜਿਹੜਾ ਸਾਰੀ ਥਾਂ ਤੇ ਹੈ, ਹਰ ਥਾਂ ਤੇ ਹੈ। ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ। ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸਨੂੰ ਆਖੀ ਹੈ, ਜਿਸ ਸਿਸ ਨਾ ਹੋਵੀ ਲੇਖ ਅਸਮਾਨ ਜ਼ਮੀ ਚਲਸੀ। ਮੁਕਾਮ ਉਹੀ ਏਕ। ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਅੱਜ ਜੋ ਸ਼ਬਦ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਿਹਾ ਨਾ ਕਿ ਉਹ ਇੱਕੋ ਦੀ ਤਾਕਤ ਹੈ। ਸਤਿਗੁਰ ਜੀ ਦੀਆਂ ਉਦਾਸੀਆਂ ਇਹੀ ਦੱਸ ਰਹੀਆਂ ਨੇ। 1507 ਦੇ ਵਿੱਚ ਸਤਿਗੁਰ ਜੀ ਨੇ ਆਪਣੀ ਉਦਾਸੀਆਂ ਸ਼ੁਰੂ ਕੀਤੀਆਂ। ਪਹਿਲਾ ਸਫ਼ਰ ਸਤਿਗੁਰ ਜੀ ਦਾ 8 ਸਾਲਾਂ ਦਾ ਹੈ। ਪਹਿਲੀ ਉਦਾਸੀ 6,500 ਮੀਲ ਦਾ ਸਤਿਗੁਰ ਜੀ ਦਾ ਸਫ਼ਰ ਹੈ। ਤੇ ਪਹਿਲਾਂ ਉਹ ਸਤਿਗੁਰ ਜੀ ਨੇ ਜੋ ਜ਼ਿਕਰ ਕੀਤਾ, ਤਿੰਨੋਂ ਥਾਵਾਂ ਤੇ ਬ੍ਰਾਹਮਣ, ਕਾਜ਼ੀ ਤੇ ਸਿੱਧ, ਇਹ ਤਿੰਨੋਂ ਸਤਿਗੁਰ ਜੀ ਦੇ ਉਸ ਸਮੇਂ ਦੇ ਜਿਹੜੇ ਆਪਣੇ ਆਪਣੇ ਧਰਮ ਦੇ ਪੈਰੋਕਾਰ ਸਨ, ਸਤਿਗੁਰ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਉਸ ਤੋਂ ਬਾਅਦ ਸਤਿਗੁਰ ਜੀ ਆਮ ਲੁਕਾਈਆਂ ਵੱਲ ਵੀ ਤੁਰੇ ਨੇ, ਆਮ ਲੁਕਾਈ ਵੱਲ ਵੀ ਤੁਰੇ ਨੇ। ਭਾਵੇਂ ਉਹ ਸਤਿਗੁਰ ਜੀ ਦੁਨੀ ਚੰਦ ਕੋਲ ਜਾਂਦੇ ਨੇ, ਭਾਵੇਂ ਭੂਮੀਆਂ ਚੋਰ ਹੈ, ਕੌਡਾ ਰਾਖਸ਼ ਹੈ, ਸੱਜਣ ਠੱਗ ਹੈ, ਹਮਜ਼ਾ ਗੌਂਸ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹੀ ਚੀਜ਼ ਦ੍ਰਿੜ ਕਰਾਈ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਹੀ ਦ੍ਰਿੜ ਕਰਾਇਆ ਕਿ ਦੂਸਰਾ ਨਹੀਂ, ਤੂੰ ਦਾਨਾ ਤੂੰ ਅਬਚਲ, ਤੂੰ ਹੀ ਜਾਤ ਮੇਰੀ ਪਾਤੀ। ਤੂੰ ਅਡੋਲ ਕਦੇ ਡੋਲੇ ਨਾ ਹੀ, ਤਾਮਨ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ
एक है तू राया तौ किरपा ते सुख पाया। एक दा ही बल है। हमजा गौंस सियालकोट की धरती ते बैठा, मैं सारा पिंड तबाह कर दांगा। जब गुरु नानक साहब सियालकोट ते पहुंचे तो ढाणियां दे विच लोकी बह के गल्लां करदे सन, डरे हुए सन। महाराज ने पूछया तो कहंदे जी इत्थे एक पीर है हमजा गौंस, कहंदा मैं सारा पिंड 40 दिन मैं बैठांगा, मंत्र पढ़ांगा, 41वें दिन मैं सब कुछ तबाह कर दांगा। महाराज मुस्कुराए। पिंड दे लोग कहंदे कि तुसीं मुस्कुराउंदे हो, साडे मरण परण दी पई हुई है। महाराज कहंदे ताकतवर ते एक खसम है, ओदी ताकत अगे किसी की ताकत नहीं चलती, किसी की ताकत चल नहीं सकती, ताकत तो ओदी चलती है, उस तो बिना किसी की ताकत। ये थोड़ी है कि ओदे कया कुछ हो जाएगा, कुदरत ओदे हाथ है, जिहड़ा एक खसम वाहिगुरू है, कोई एवें तबाह नहीं कर सकता किसी ने। हमजा गौंस नूं सतगुरु जी ने समझाया कि ये जिहड़े इत्थे गृहस्थ लोक ने, होया की सी, किसी के घर पुत्र नहीं होया तो वह मंगण चले गए पुत्र उहदे कोलों, जिहड़ी साखी चलती है जन्म साखी। चलो रब की रहमत हुई, ये रब देण वाला है। उन्होंने कहा जे पुत्र होया तो हमजा गौंस पहला पुत्र असीं तैनूं दे दांगे। पुत्र भी हो गया तो कई महीने लंघ गए तो उन्होंने दिता ही नहीं। हमजा गौंस कहंदा सारा पिंड ही झूठा है, मैनूं देना सी तुसीं पुत्र दिता नहीं। वो कहंदा मैं सारा पिंड ही तबाह कर दांगा। महाराज ने गल की, कहंदे ये गृहस्थी लोक ने। गृहस्थी लोकां दे विच जद तक रब दा भाव, रब दा नाम ना टिके ना, उन्ना चिर तक इन्हां दे अंदरों गृहस्थ दा मोह नहीं खत्म हो सकदा। सगों तैनूं ते ये करना चाहिदा सी, तूं रब दा भगत बन के आप भी भगती करदा ते इन्हां नूं भी समझाउंदा कि ये दुनिया दा जिहड़ा मोह है ये झूठा है, असल प्रेम रब दा है, ते तूं किहड़े पासे तुर पिया। इक्को एक बल है वाहिगुरू दा। अच्छा, ये बल दोनों रूप दे विच वरतदा है। गुरु नानक साहब ने दसिया कला ये नहीं कि कोई गलतान होया तो उहदे अपने अहंकार दे विच दूजियां नूं शराप देगा, पर अहमनाबाद की धरती ते रब दा बल भी वरत्या दूसरे रूप च। खुरासान खसमाना किया, हिंदुस्तान डराया, आपे दोष ना देई करता, जमकल मुगल चढ़ाया, एती मार पही कर लाने तैं की दर्द ना आया। सतगुरु जी ने जिन सर सोहन पट्टियां मांगी भाए संदूर, से सिर काती मुनियन गल विच आवे धूड़। महला अंदर होंदियां वो जड़ियां बैठियां सन वो दिसदियां नहीं, हुण कित्थे गईयां। जदों सियां विआईयां लाड़े सोहन पास ही डोली चढ़ियां आईयां, दंद खंड कीते रास, उपरों पानी वारिया झल्ले चमकण पास। एक लख लहन बैठियां लख लहन खड़ियां, गरी छुआरे खांदियां माणै सेजणियां। एमनाबाद की धरती ते पैसा दौलत अंत नहीं सी, लखां लखां रुपए ते घर च आई कुड़ी नूं डोली जद आउंदी सी, लख लख रुपए शगन पैंदे सी। महाराज कहंदे आ, पर की होया? ਜਿਹੜੀਆਂ औरतां रब के नाम नूं भुल के माया के मोह च सारा दिन अपने वालों नूं शीशे अगे बह के सवारदियां रहिंदियां सन। जिन सर सोहन पट्टियां मांगी पाए संदूर, से सिर काती मुनियन, उही सिर मुन्ने गए। रब दा सिमरन खत्म हो गया। धन जोबन दोए वैरी होए जिनी रखे रंग लाए। ये गुरु नानक साहब ने कहा, जिन्ना चिर तक दुनियावी मोह दे विच रब दा भाव खत्म हो जाएगा ना, फिर कोई ना कोई रूप दे विच बाबर चढ़ के आएगा। फिर बाबर चढ़ के आएगा, कोई भी रूप हो सकता उहदा, किसी भी रूप च। पर हाँ, जिहदे अंदर वाहिगुरू जी का भय है कि उस प्रभु दे उत्ते असी तुरे हुए हाँ लोगों को, कदी कोई किसी को बाबा जी फलानी बीमारी दूर कर दो, फलाना दर्द। गुरु ग्रंथ साहब जी को पुछो ये की है? महाराज कहते माड़े कर्मां दा लेखा है, अपने कर्म की गत मैं क्या जानू, मैं क्या जानू बाबा रे। सतगुरु गुरु नानक साहब मक्के की धरती ते गए ने। चार गल्लां मक्के की धरती ते ना होईयां ते ना होणगियां। मक्के की धरती ते अज भी कोई मुसलमान जिस भी धरती ते हुंदा है वो अपने बैडरूम की डायरैक्शन मक्के वाल नहीं करता कि पैर उत्थे ना होण। पर सतगुरु गुरु नानक साहब, फिर बाबा मक्के गया, नील वस्त्र धारे बनवारी। नील का मतलब नीला नहीं होंदा। पुरातन पंजाबी कोश पढ़ो, नील का मतलब होंदा है गूढ़ा रंग। सतगुरु जी ने गूढ़े रंग के कपड़े पाए ने, वो कोई भी हो सकता है। नील वस्त्र धारे बनवारी, आसा हथ किताब कछ। नील लफ्ज ये 300 साल पुराना रंगां दा ये सारा नाम आया। जिवें 350 साल पहला ये सिक्के सन ते हुण करंसी नोट शुरू होए ने।
ਇਹ ਪੁਰਾਤਨ ਜਿਹੜਾ ਅਸੀਂ ਕੋਸ਼ ਪੜਾਂਗੇ ਉਹਦੇ ਵਿੱਚ ਨੀਲ ਦਾ ਮਤਲਬ ਕੱਲੇ ਨੀਲੇ ਨਹੀਂ, ਗੂੜੇ ਰੰਗ ਦੇ ਸਤਿਗੁਰੂ ਜੀ ਨੇ ਕੱਪੜੇ ਪਾਏ ਨੇ। ਨੀਲੇ ਵੀ ਪਾ ਸਕਦੇ ਨੇ, ਕੋਈ ਵੀ ਹੋ ਸਕਦਾ ਹੈ। ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੁਜਾ ਬਾਂਗ ਮੁਸੱਲਾ ਧਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਜਾ ਕੇ ਉਹ ਜਿਹਾ ਭੇਖ ਧਾਰਨ ਕੀਤਾ ਤੇ ਭਾਈ ਗੁਰਦਾਸ ਜੀ ਨੇ ਲਿਖਿਆ। ਉੱਥੇ ਗਏ ਜਿੱਥੇ ਹਾਜ਼ੀ ਹਜ਼ ਗੁਜ਼ਾਰ ਰਹੇ ਸਨ। ਕੀ ਦੱਸਣਗੇ? ਇਹੀ ਦੱਸਣਗੇ, ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਉਹਦਾ ਬਲ ਤੇ ਸਾਰੇ ਪਾਸੇ ਹੈ, ਉਹ ਇੱਕ ਥਾਂ ਤੇ ਨਹੀਂ, ਉਹ ਹਰ ਥਾਂ ਤੇ ਹੈ। ਇਹੀ ਸਤਿਗੁਰੂ ਜੀ ਜਗਨਨਾਥਪੁਰੀ ਦੱਸਣਗੇ ਸੀ ਕਿ ਉਹਦੀ ਆਰਤੀ ਹੋ ਰਹੀ ਹੈ, ਸ਼ਾਮਿਲ ਤੇ ਹੋਈਏ, ਦੇਖੀਏ ਤੇ ਸਹੀ ਕਿ ਉਹਦੀ ਆਰਤੀ ਗगन में थाल रवचंद दीपक बने तारी का मंडल, जनक मोती धूप मल्यान लो पवन चवरो करे सगल बनराए, फूलंत ज्योति कैसी आरती होए पवखंडना तेरी आरती। शामिल होइए ते शामिल होवांगे ते पता लगेगा। गौड़ी महला पंजवा, भुज बल बीर ब्रह्म सुख सागर। उस वाहिगुरु जी का बल साड़ियां बाहां दा ते सीमा है ना, ते असीं भी सोचते हाँ जिड्डी क साड़ी सीमा उड्डी क रब दी होनी है, जिड्डे क असीं उड्डे क रब होएगा। वो तो खूह दे डड्डू दे वांग हो गया ना काम, कि समुंदर दा डड्डू खूह दे डड्डू को आके कहंदा मेरा समुंदर बड़ा सीम है। खूह दा डड्डू 4-5 छाला मार के कहंदा एडा वड्डा समुंदर है। हुण खूह दे डड्डू नूं कौन दसे कि समुंदर किड्डा वड्डा है? खूह दे डड्डू ने एक कोने तो दूसरे कोने छाल मार के कही क्या समुंदर दे डड्डू नूं तेरा समुंदर इस तो वड्डा नहीं हो सकता। हुण किवें दस्सिया जाए? भुज बलबीर ब्रह्म सुख सागर, वो जिहड़ा सारे पासे आद पूर्ण मद पूर्ण अंत पूर्ण परमेश्वर है। सिमरंत संत सर्वत्र रमणं, सर्वत्र रमणं। भुज बलबीर ब्रह्म सुख सागर सर्वत्र दे विच है। जह जह पेखूं तह हजूर, दूर कथू ना जाए, हर थां ते है। भुज बलबीर ब्रह्म सुख सागर, वो पार ब्रह्म परमेश्वर वाहिगुरु सुखां दा सागर है। ते उहदा बल, उहदियां बाहां, एक मैटाफर लिया, एक उदाहरण लिया। जिस तरह साडियां बाहां जिथे तक कर सकदियां, एक बल हुंदा है, पर वाहिगुरु जी दी बल दी कोई सीमा नहीं है, कोई सीमा नहीं है। भुज कहंदे आ बावां, बल कहंदे आ ताकत, वीर कहंदे आ सूरमे वाली वड्डी। असीं ये बचन बाणी दा फड़दे हां कि जाम गुरु होए वल धनै क्या गारव दीजै, जाम गुरु होए वल लख बाहें क्या कीजै। दुनिया दे दियां लखां भुजावियां इकट्ठियां हो जाण ना, जिथे वाहिगुरू दी ताकत है, वाहिगुरू दा हुक्म है, उथे लखां बाहां भी कुछ नहीं बिगाड़ सकदियां। इस गल नूं सतगुरु जी आजे, जाम गुरु होए वल लख बाहें क्या कीजै। दुनिया दी ताकत उस वाहिगुरू जी दी ताकत अगे कख भी नहीं। भुज बलबीर ब्रह्म सुख सागर, गौड़ी राग दा ये बचन है। गौड़ी राग गुरु ग्रंथ साहब जी दा तीजा राग है। ये पूर्वी थाट दा, क्योंकि ये साडे देश दे विच इहनूं रागणी गिणिया गया, पर गुरु ग्रंथ साहब जी दे विच ये संपूर्ण राग है। ਇਹਦੇ ਗਾਉਣ ਦਾ ਵੇਲਾ दिन का चौथा पैर है। सिरी राग दे नाल इहदा अंग बड़ा मिलता है। गौड़ी दियां बहुत किस्मां ने, 11 तो वध किस्मां असीं पढ़दे हां। गौड़ी चेती, गौड़ी बैरागण, गौड़ी पूर्वी, गौड़ी दीपकी, गौड़ी माला, मालवा, माज, ये सारी गौड़ी रूप गुरु ग्रंथ साहब जी की बाणी च तुसीं पढ़दे हो। और बड़े सूक्ष्म भेत ने। सतगुरु गुरु नानक साहब महाराज जी जिस वेले इस संसार नूं यही ते दसणगे कि एक ओंकार वो एक है, दूसरा है ही नहीं। इसी गल नूं गुरु नानक साहब महाराज जी दी, गुरु अर्जुन साहब जो ते वही है, जामा बदल गया। ब्रह्म, ब्रह्म का मतलब उस सब दे विच रमिया होया है। सुख सागर, उहदे नाम दे सुख दी कीमत कोई नहीं जान सकता। भाई मनसुख गुरु नानक साहब को आया, नमस्कार की। भाई भगीरथ, भाई भगीरथ की संगत करके भाई मनसुख गुरु नानक साहब का सिख बनया। सतगुरु जी नूं नमस्कार की। महाराज ने नाम पूछया, कहते जी मनसुख है। सतगुरु जी कहते नाम ही मनसुख है जां कदी मन का सुख भी माणिया। वो कहंदा वो की हुंदा है? कहते जद पार ब्रह्म परमेश्वर एक दे उत्ते टेक हो जाए ना, एक दी आस हो जाए,
ਦੁਨੀਆ ਦੀ ਤਾਕਤ ਸਭ ਫਿੱਕੀ ਜਾਪਦੀ ਹੈ। ਜਦੋਂ ਉਹ ਮਨ ਵਿੱਚ ਟਿਕ ਜਾਏ, ਉਹ ਕਿਵੇਂ ਟਿਕੇ? ਗੁਰੂ ਸਾਹਿਬ ਨੇ ਤੁਰਕੀ ਬਾਣੀ ਦਿੱਤੀ, ਬਾਣੀ ਜਾਪ, ਇਹ ਬਾਣੀ ਦਾ ਜਾਪ ਕਰ। ਅੱਜ ਸੁੱਖ ਨੇ, ਕੱਲ ਨੂੰ ਸੁੱਖ ਖੋ ਵੀ ਲਏ ਸੰਸਾਰ ਜਾਂ ਦੁਨੀਆ ਦੀ ਤਾਕਤ, ਤੇਰੇ ਮਨ ਦਾ ਸੁੱਖ ਕੋਈ ਨਾ ਖੋ ਸਕੇ। ਅੱਜ ਮਖਮਲੀ ਬਿਸਤਰਿਆਂ ਤੇ ਸੋਣਾ, ਕੱਲ ਨੂੰ ਰੋੜੀਆਂ ਤੇ ਵੀ ਸੋਣਾ ਪਏ ਤਾਂ ਵੀ ਤੇਰੇ ਮਨ ਦਾ ਸੁੱਖ ਕੋਈ ਖੋ ਨਾ ਸਕੇ। ਅੱਜ ਬੇੜੇ ਚੱਲਦੇ ਨੇ, ਹੋ ਸਕਦਾ ਹੈ ਇਹ ਮਾਇਆ ਦਾ ਰੂਪ ਹੈ, ਵਟਾ ਵਟਾ ਕੇ ਆਉਂਦੀ ਹੈ। ਇਹੀ ਹੋਇਆ ਨਾ ਸਿੰਗਲਾਦੀਪ, ਸ਼੍ਰੀਲੰਕਾ, ਰਾਜਾ ਸ਼ਿਵਨਾਭ, ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਮਹਾਰਾਜ ਜੀ ਤੇ ਵਹਿਮ ਭਰਮ ਤੋਂ ਹੀ ਕੱਢਣ ਆਏ ਸੀ। ਆ ਜਿਹੜੀ ਸੁਪਰਸਟੀਸ਼ਨ ਸਾਡੇ ਮਨ ਦੇ ਵਿੱਚ ਚੱਲ ਪਏ ਨੇ ਜੀ, ਅੱਜ ਬੁੱਧਵਾਰ ਹੋ ਗਿਆ, ਅੱਜ ਵੀਰਵਾਰ ਫਲਾਣਾ ਦਿਨ ਹੈ, ਅੱਜ ਜੀ ਕੇਸੀ ਇਸ਼ਨਾਨ ਨਾ ਕਰੀਏ, ਅੱਜ ਨਖੂਨ ਨਹੀਂ ਕੱਟਣੇ। ਕਿੰਨੀ ਸੌੜੀ ਬਿਰਤੀ ਹੋ ਗਈ ਸਾਡੀ। ਮਹਾ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ। ਆਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਲੀਲ ਨਾਲ, ਇਹੀ ਦਲੀਲ ਨਾਲ ਸਤਿਗੁਰੂ ਜੀ ਨੇ ਕਿਸੇ ਧਰਮ ਜਾਂ ਧਰਮ ਸਥਾਨ ਨੂੰ ਕਟਾਕਸ਼ ਨਹੀਂ ਕੀਤਾ, ਬਲਕਿ ਉੱਥੇ ਦੀ ਲੋਕਾਂ ਦੀ ਸੌੜੀ ਮਤ ਨੂੰ ਸਤਿਗੁਰੂ ਜੀ ਨੇ ਕਟਾਕਸ਼ ਕੀਤਾ। ਕੋਈ ਸਤਿਗੁਰੂ ਜੀ ਦਾ ਮਨੋਰਥ ਨਹੀਂ ਸੀ ਕਿ ਪੁੱਠੇ ਪਾਸੇ ਪਾਣੀ ਦੇਣ ਦਾ, ਬਲਕਿ ਇੱਕ ਪ੍ਰਪੰਚ ਸੀ ਤਾਂ ਕਿ ਦੁਨੀਆ ਦੇ ਲੋਕ ਆ ਕੇ ਇਕੱਠੇ ਹੋਣ, ਇਹਨਾਂ ਦੇ ਮਨ ਨੂੰ ਸੱਟ ਲੱਗੇ, ਫਿਰ ਇਹ ਇਸ ਲੱਗੀ ਹੋਈ ਸੱਟ ਜ਼ਖਮ ਦੇ ਉੱਤੇ ਇਹ ਬਾਣੀ ਦਾ ਔਖਦ ਲਾਇਆ ਜਾਏ, ਪ੍ਰਭੂ ਦੇ ਸੱਚੇ ਨਾਮ ਦਾ ਔਖਦ ਲਾਇਆ ਜਾਏ, ਜਿਹੜਾ ਕਦੀ ਵੀ ਖਤਮ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਇਹਨੂੰ ਕੋਈ ਖਤਮ ਨਹੀਂ, ਇਹਨੂੰ ਕੋਈ ਦੂਰ ਨਹੀਂ ਕਰ ਸਕਦਾ। ਜੇ ਸੱਚ ਅੰਦਰ ਲੱਗ ਜਾਏ ਨਾ, ਫਿਰ ਝੂਠ ਨਹੀਂ ਆ ਸਕਦਾ। ਜੇ ਝੂਠ ਹੈ ਫਿਰ ਸੱਚ ਨਹੀਂ ਆ ਸਕਦਾ। ਜਿਨਕੇ ਚਿਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ, ਉਹ ਵਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਤੇ ਕੂੜੇ ਦਾ ਹਾਲ ਹੈ, ਸੱਚ ਨਹੀਂ ਕੱਢਦਾ। ਹਾਂ, ਸੱਚ ਜਿੱਥੇ ਸੱਚ ਹੈ, ਵਿੱਚ ਸੱਚੇ ਕੂੜ ਨਾ ਗੱਡਈ ਕਰ ਵੇਖੋ ਕੋ ਨਿਰਜਾਸ। ਮਹਾਰਾਜ ਕਹਿੰਦੇ ਫੈਸਲਾ ਕਰਕੇ ਦੱਸ ਰਹੇ ਹਾਂ, ਜਿੱਥੇ ਸੱਚ ਆ ਜੇ ਸੀਤਾ ਕਦੇ ਨਾ ਪਾਟੇ, ਉਥੇ ਕੂੜ ਨਹੀਂ ਆ ਸਕਦਾ। ਆਹੀ ਸੱਚ ਮਹਾਰਾਜ ਦੇਣਗੇ। ਕੋਈ ਮਹਾਰਾਜ ਦਾ ਮਨੋਰਥ ਨਹੀਂ ਸੀ ਧਰਮ ਸਥਾਨ ਵੱਲ। ਸਿਰਫ ਜਿਸ ਤਰ੍ਹਾਂ ਪਾਣੀ ਪੁੱਠੇ ਪਾਸੇ ਦਿੱਤਾ, ਉਸ ਤਰ੍ਹਾਂ ਮਹਾਰਾਜ ਜੀ ਨੇ ਲੱਤਾਂ ਕਾਬੇ ਵੱਲ ਕੀਤੀਆਂ, ਬਸ ਦੱਸਣ ਵਾਸਤੇ ਕਿ ਉਹ ਪ੍ਰਭੂ ਹਰ ਪਾਸੇ ਹੈ। ਜਿਸ ਗੱਲ ਨੂੰ ਕਬੀਰ ਸਾਹਿਬ ਨੇ ਕਿਹਾ, ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ। ਨਹੀਂ, ਉਤੇ ਪੁਜ ਬਲਬੀਰ ਬ੍ਰਹਮ ਸੁਖ ਸਾਗਰ, ਉਹ ਹਰ ਥਾਂ ਤੇ ਹੈ। ਤੇ ਸਾਡਾ ਹਾਲ ਕੀ ਹੈ? ਝੂਠ ਤੇ ਕੂੜ ਦੇ ਵਿੱਚ ਪਸਰੇ ਹੋਏ ਹਾਂ ਤੇ ਸਾਨੂੰ ਦਿਸਦਾ ਨਹੀਂ। ਗਰਤ, ਹੁਣ ਮਹਾਰਾਜ ਜੀ ਕਹਿੰਦੇ ਗਰਤ ਕੀ ਹੈ? ਗਰਤ ਲਫ਼ਜ਼ ਸੰਸਕ੍ਰਿਤ ਦਾ ਹੈ। ਗਰਤ ਕਹਿੰਦੇ ਟੋਏ ਨੂੰ। ਇਹ ਗਰਤ ਲਫ਼ਜ਼ ਇੱਥੋਂ ਬੜਾ ਵਿਕਾਸ ਹੋਇਆ ਹੈ। ਬੜੀ ਸਾਰੀਆਂ ਅੱਖਰਾਂ, ਹੁਣ ਮਾਦਰ ਲਫ਼ਜ਼ ਵੀ ਸੰਸਕ੍ਰਿਤ ਦੇ ਵਿੱਚੋਂ, ਮਦਰ ਜਿਹੜਾ ਅਸੀਂ ਬੋਲਦੇ ਹਾਂ, ਗਰਤ ਤੋਂ ਹੀ ਇਹ ਲਫ਼ਜ਼ ਅੱਗੇ ਬਣ ਕੇ ਗਟਰ ਬਣਿਆ। ਜਦ ਤੁਸੀਂ ਭਾਖਾ ਗਿਆਨ ਪੜ੍ਹੋਗੇ, ਸੰਸਕ੍ਰਿਤ ਨੂੰ ਪੜ੍ਹੋਗੇ, ਫਿਰ ਪਤਾ ਲੱਗੇਗਾ ਕਿ ਬਹੁਤ ਸਾਰੇ ਅੱਖਰ ਅਰਬੀ ਫਾਰਸੀ ਦੇ ਇਹ ਆਏ ਹੋਏ ਨੇ ਹੋਰ ਭਾਸ਼ਾਵਾਂ ਦੇ ਵਿੱਚ। ਇਹ ਟੋਏ ਨੂੰ ਕਿਹਾ ਗਰਤ, ਪਰਤ। ਅਸੀਂ ਡਿੱਗੇ ਪਏ ਹਾਂ, ਮਾਇਆ ਰੂਪੀ ਟੋਏ ਦੇ ਵਿੱਚ ਅਸੀਂ ਡਿੱਗੇ ਪਏ ਹਾਂ। ਤੇ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਇਹ ਹੁਣ ਬਿਹਾਰੀ ਹੈ, ਜਿੰਨੇ ਲਫ਼ਜ਼ ਨੇ ਉਹ ਬਿਹਾਰ ਦੇ। ਅੰਗੁਰੀਆ ਹੋ ਗਿਆ, ਮਹਿਤਰੀਆ ਹੋ ਗਿਆ, ਮਹਿਤਾਰੀ ਬੋਲਦੇ ਨੇ। ਇਹ ਉਹ ਵਾਲੀ ਸਤਿਗੁਰੂ ਜੀ ਨੇ ਅੰਗ ਲਿਆ ਬੋਲੀ ਦਾ। ਹੇ ਸੱਚੇ ਪਾਤਸ਼ਾਹ, ਇਸ ਕੂੜ ਦੇ ਪਸਾਰੇ ਦੇ ਟੋਏ ਵਿੱਚ ਡਿੱਗੇ ਪਏ ਹਾਂ, ਤੁਸੀਂ ਹੱਥ ਦੇ ਕੇ ਬਚਾ ਲਓ। ਜਿਸ ਤਰ੍ਹਾਂ ਇੱਕ ਬੱਚੇ ਨੂੰ ਆਪਣੇ ਪਿਤਾ ਦੀ ਉਂਗਲ ਫੜਨ ਨੂੰ ਮਿਲ ਜਾਏ, ਉਹਨੂੰ ਮਾਣ ਹੁੰਦਾ, ਉਹ ਬੇਖੌਫ ਹੋ ਜਾਂਦਾ, ਨਿਰਭਉ ਹੋ ਜਾਂਦਾ। ਪਰ ਜੇ ਉਹੀ ਉਂਗਲ ਛੁੱਟ ਜਾਏ, ਜਿਹੜਾ ਮੇਲਾ ਉਹ ਪਹਿਲਾਂ ਖੁਸ਼ੀ ਨਾਲ ਵੇਖ ਰਿਹਾ ਸੀ, ਉਹੀ ਫਿਰ ਉਹਦੇ ਲਈ ਤਾਣਕ ਰੂਪ ਹੋ ਜਾਂਦਾ ਹੈ। ਪਿਤਾ ਦੀ ਉਂਗਲ ਫੜੀ ਹੈ ਤੇ ਖੁਸ਼ ਹੈ, ਦੇਖ ਰਿਹਾ, ਰੰਗ ਤਮਾਸ਼ੇ ਹੈ, ਚਾਉ ਹੈ, ਖੇੜਾ ਹੈ। ਉਹੀ ਉਂਗਲ ਛੁੱਟ ਗਈ, ਉਹ ਖੇੜਾ ਕਿੱਥੇ ਗਿਆ? ਉਹ ਤੇ ਸਭ ਕੁਝ ਉੱਥੇ ਹੈ, ਮੇਲਾ ਵੀ ਉੱਥੇ ਹੈ, ਚੰਡੋਲ ਵੀ ਉੱਥੇ ਹੈ, ਇਹ ਰੰਗ ਤਮਾਸ਼ੇ ਵੀ ਉੱਥੇ ਹੈ, ਮਿਠਾਈਆਂ ਸਭ ਕੁਝ ਉੱਥੇ ਹੈ, ਲੋਕੀ ਹੱਸ ਖੇਡ ਰਹੇ ਨੇ। ਪਰ ਉਹ ਬਾਲਕ, ਉਹ ਬੱਚਾ ਰੋਣ ਲੱਗ ਗਿਆ। ਉਹਦੇ ਲਈ ਉਹੀ ਤਾਣਕ ਹੋ ਗਿਆ, ਕਿਉਂਕਿ ਪਿਤਾ ਦੀ ਉਂਗਲ ਛੁੱਟ ਗਈ ਹੈ। ਏਡਾ ਕੁ ਰੂਪ ਹੈ। ਬਸ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਦੇ ਨਾਲ ਹੀ ਜੋੜਨ, ਹਾਥੀ ਫੜਾਇਆ ਗੁਰੂ ਨਾਨਕ ਸਾਹਿਬ ਜੀ ਨੇ। ਇਹ ਹੈ ਬਸੀਠ। ਜੈਸਾ ਸਤਿਗੁਰ ਸੁਣੀ ਦਾ
तैसो ही मैं डीठ विछुड़िया मेले प्रभु हर दरगाह का बसीट। गुरु साहब ने बस आई रिश्ता जोड़िया टुटिया होया नूं कि जे वाहिगुरु के नाम तो जे उस प्रभु की उंगल छड़ती ना, एक उदाहरण लिया, फिर वो हाल होएगा। मेला सजिया होया संसार का, पर हा हा करत बेहानी अवद है, फिर हाहाकार ही है, हाय हाय ही है, ता मैं संतोख ना पाया। मन विच सबर नहीं होएगा, शुक्र नहीं होएगा, हाहाकार मची हुई है। हाँ जे फिर पिता की उंगल मिल जाए, फिर वो प्रभु का प्यार मिल जाए, आसरा मिल जाए, राखा एक हमारा स्वामी सगल कटाका, फिर हर पासे सुख है। सोए अचिंता जाग अचिंता, जहां तहां प्रभ बस वरत रहा तू, वरत गया वाहिगुरु, दिस गया सानू। घर सुख वसिया बाहर सुख पाया, कहो नानक गुरु मंत्र दृढ़ाया। ये रहमत गुरु अर्जुन साहब जी कह रहे हैं कि सच्चे पातशाह जी गर्त परत गह ले हो अंगुरिया। गह दा मतलब पकड़ लो सानू। लोभ लहर अत नीजर बाजै, काया डूबै केसवा। यही गल हुई सी। दूसरी गल, मक्के विच कोई कुरान पाक शरीफ तो बिना कोई होर ग्रंथ नहीं खोलिया। गुरु नानक साहब जी ने पोथी खोली है। पूछन फोल किताब नूं हिंदू वडा के मुसलमान होई। बाबा आखे हाजिया शुभ अमला बाजों, यही दसन वास्ते कि वह हर थां ते है, वो जर्रे जर्रे विच है, उहदी रहमत हर थां ते मौजूद है। सेंट्रल यूनिवर्सिटी कश्मीर च 2015 ਦੇ ਵਿੱਚ बतौर असिस्टेंट प्रोफैसर मेरी उत्थे सिलेक्शन हुई। ਤੇ बड़ा सुफना सी कि उन्हां ਥਾਵਾਂ ਤੇ भी सिख स्टडीज़ पढ़ाई जाए जिथे यूनिवर्सिटीज़ ਦੇ ਵਿੱਚ कदी सिख स्टडीज़ ਦਾ नामो निशान नहीं, खत्म कर दिता है ही नहीं। महाराजा रणजीत सिंह तो बाद 2015 ਦੇ ਵਿੱਚ कश्मीर ਦੇ ਵਿੱਚ सिख स्टडीज़ शुरू हुई है। उस तो बाद यू नो द एथनीसिटी ओवर देयर। 2015 ਦੇ ਵਿੱਚ सतगुरु की कृपा नाल उत्थे ज्वाइनिंग हुई। बड़ी मुश्किल दे नाल ज्वाइनिंग मिली मैनू। ਤੇ ਮੈਨੂੰ ਕਿਹਾ ਵੀ ਸੀ ਵੀਸੀ ਨੇ ਕਿ ਯੂ ਆਰ ਦਾ ਓਨਲੀ ਟਰਬਨ ਇਨ ਦਾ ਹੋਲ ਵੈਲੀ, ਬੀ ਕੇਅਰਫੁਲ, ਕਿ ਭਾਈ ਤੂੰ ਇਕੱਲਾ ਹੀ ਹੈ ਇੱਥੇ, ਤੂੰ ਧਿਆਨ ਰੱਖੀ ਆਪਣਾ। ਪਰ ਸਤਿਗੁਰ ਨੇ ਰਹਿਮਤ ਕੀਤੀ, ਉੱਥੇ ਸਿੱਖ ਸਟੱਡੀ ਸ਼ੁਰੂ ਹੋਈ। ਪਹਿਲੀ ਕਲਾਸ ਜਦ ਹੋਈ ਨਾ, ਇੰਟਰੋਡਕਸ਼ਨ ਤੋਂ ਪਹਿਲਾਂ ਉੱਥੇ ਲੋਕਲ ਬੱਚੇ ਸਨ 35 ਬੱਚੇ, 18 ਕੁੜੀਆਂ ਸਨ, ਸਾਰੀ ਬੁਰਕਿਆਂ ਦੇ ਵਿੱਚ ਸੀ, ਤੇ 14-15 ਮੁੰਡੇ ਸਨ। ਪਹਿਲੀ ਕਲਾਸ ਦੇ ਵਿੱਚ ਉਹਨਾਂ ਨੇ ਇਹ ਸਵਾਲ ਰੱਖ ਦਿੱਤਾ ਕਿ ਅਸੀਂ ਸ਼ਰਤ ਇਹ ਹੈ ਤਾਂ ਪੜਾਂਗੇ कि तुसी कहंदे हो गुरु नानक साहब मक्के गए हैं, पहला ये प्रूफ करो, फिर असी पढ़ांगे। हुण इस तो वड्डा की गुरबाणी तो वड्डा की प्रूफ है। ये गुरु नानक साहब ने जिहड़ा यख अर्ज गुफ्तम पेश तो दरगोसकुन करतार हक्का कबीर करीम तू बेअब परवदगार है, ये गुरु साहब ने उत्थे गाविया। दुनिया मुकामे फानी तहकीक दिलदानी, ममसर मुए अजराइल गिरफ्त हैं दिल हेचना दानी। जन पिसर पदर बिरादरा का स्नेस दस्तंगीर, आखिर बेफ्तम कशना दारत चूं शब तकबीर। तकबीर दा संबंध इस धरती नाल नहीं है, उहदे नाल ही है। अरब देश दे विच ही तकबीर मरण वेले आखिरी नमाज पढ़ी जाती है। ये उत्थे दा कल्चर है। भाई गुरदास जी ने जिक्र किया सतगुरु गुरु नानक साहब महाराज जी की ये रहमत है। सतगुरु जी ने वाह, क्योंकि वो कहते भी साड़ी अहले पाक किताब दे विच सिर्फ इस्लाम का जिक्र है, हिंदू का नहीं है कि तुहाडी किताब विच है। महाराज कहते सुनो, फिर वो पुछदे कि हिंदू वड्डा के मुसलमानोई। महाराज कहते बाबा आखै हाजिया शुभ अमला बाजों दोनों रोई। जे शुभ अमल ही नहीं फिर धक्के खावांगे असी, फिर दर दर धक्के खावांगे। सच्चाई है, वो उहदे कोल भी चले गए, उहदे कोल भी चले गए जी, भी साडा ये काम हो जाए, ये हो जाए। बई अपने कर्मां नूं ठीक करिए। सतगुरु गुरु नानक साहब कहंदे पहला शुभ अमल लैके आइए जीवन विच। अमल साडे माड़े ने, आप माड़े अमल करते हैं। कोई धर्म के नाम ते चंगी गल करे, बस उहदी बदखोई करी जानी सारे दिन। ये सच्चाई है साडी। और सब तो सौखा हो गया, जे किथे नहीं चलती तो फिर गुरुद्वारे जाके करो जी। इत्थे ते आके गुरुद्वारे होए सोझी पाए सी, एत द्वारे धोए हच्छा होई सी। इत्थे ते निर्मल होना समेत मेरे। सतगुरु जी ये उपदेश दृढ़ कराउंदे है कि गर्त परत गह ले हो अंगुरिया। सतगुरु जी हाथ दे के रख लो,
ਰਹਿਮਤ ਕਰੋ। ਇਹ ਰਹਾਉ ਦੀ ਪਹਿਲੀ ਤੁਕ ਹੈ। ਇਹ ਅੰਤਰੀਵ ਭਾਵ ਹੈ ਸ਼ਬਦ ਦਾ। श्रवण न सुरत नैन सुंदर नहीं, आरत द्वार रटत पिंगुरिया। हुण ये श्रवण सुरत नैन सुंदर नहीं दा की मतलब है? श्रवण सुरत की है? श्रवण कन्ना दे नाल कदी गुरु दा शब्द ते हुक्म सुन के वसाया नहीं। एक राजन ने कहा कि वो मूर्ति बना के लियाए कोई मूर्तिकार ਜਿਹੜੀ ਮੂਰਤੀ ਦੇ ਨੂੰ ਵੇਂਦਿਆਂ ਪਤਾ ਲੱਗ ਜੇ ਕਿ ਹਾਂ ਇਹਦੀ ਸਰੋਤ ਉੱਚੀ ਹੈ, ਸਰੋਤ ਇਹਦੀ ਡੂੰਗੀ ਹੈ। ਹੁਣ ਕਈ ਮੂਰਤੀਕਾਰ ਐਡੇ ਐਡੇ ਵੱਡੇ ਕੰਨ ਬਣਾ ਲਿਆ, ਕੋਈ ਕਿਸੇ ਦਾ ਕੋਈ ਤਿੱਖੇ ਬਣਾ ਲਿਆ, ਕੋਈ ਕੁਝ। ਇੱਕ ਮੂਰਤੀਕਾਰ ਆਇਆ, ਉਹਦੇ ਕੰਨ ਉਹਨੇ ਛੇਕ ਸੀ ਕੰਨਾਂ ਦੇ ਵਿੱਚ, ਤੇ ਰਾਜਨ ਨੇ ਕਿਹਾ ਡੱਕਾ ਤੀਲਾ ਲੈ ਕੇ ਆਓ। ਉਹਨੇ ਤੀਲਾ ਕੰਨ ਦੇ ਵਿੱਚ ਪਾਇਆ, ਇੱਕ ਪਾਸਿਓਂ ਪਾਇਆ, ਦੂਜੇ ਪਾਸਿਓਂ ਨਿਕਲ ਗਿਆ। ਕਹਿੰਦਾ ਇਹ ਵੀ ਖਰਾਬ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਕਾਦੀ ਸਰੋਤ ਹੈ ਜਿਹੜੀ ਇੱਕ ਕੰਨੋਂ ਸੁਣੀ ਤੇ ਦੂਜਿਓਂ ਨਿਕਲ ਗਈ। ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ। ਇਹ ਤੇ ਹਵਾ ਦੀ ਤਰ੍ਹਾਂ ਇੱਕ ਕੰਨੋਂ ਪੈ ਗਈ ਤੇ ਦੂਜੇ ਕੰਨੋਂ ਨਿਕਲ ਗਈ, ਅੰਦਰ ਗਈ ਨਹੀਂ। ਇਹਨੂੰ ਮਹਾਰਾਜ ਜੀ ਕਹਿੰਦੇ ਸ਼ਰਵਨ ਨਾ ਸੁਰਤ। ਜੋ ਸੁਣਿਆ ਉਹ ਸੁਰਤ ਦਾ ਹਿੱਸਾ ਹੀ ਨਹੀਂ ਬਣਿਆ। ਹਵਾ ਦੀ ਤਰ੍ਹਾਂ ਇੱਥੋਂ ਵੜਿਆ ਤੇ ਦੂਜੇ ਕੰਨੋਂ। ਦੂਜਾ ਮੂਰਤੀਕਾਰ ਆਇਆ, ਉਹ ਵੀ ਮੂਰਤੀ ਬਣਾ ਕੇ ਲਿਆਇਆ। ਉਹਦੇ ਮੂਰਤੀ ਦੇ ਕੰਨ 'ਚ ਛੇਕ ਸੀ, ਡੱਕਾ ਉਹ ਤੀਲਾ ਪਾਇਆ, ਉਹ ਪਾਇਆ ਤੇ ਥੋੜਾ ਜਿਹਾ ਪਿਆ ਤੇ ਉੱਥੇ ਹੀ ਰੁਕ ਗਿਆ, ਅੱਗੇ ਨਾ ਜਾਏ। ਦੂਜੇ ਕੰਨੋਂ ਵੀ ਪਾਇਆ, ਉਹ ਵੀ ਉੱਥੇ ਰੁਕ ਗਿਆ। ਕਹਿੰਦੇ ਇਹ ਵੀ ਮੂਰਤੀ ਨਹੀਂ। ਕਹਿੰਦੇ ਇਹ ਵੀ ਨਹੀਂ। ਇਹ ਕਿਉਂ? ਕਹਿੰਦੇ ਉਹ ਕਾਹਦਾ ਕਿ ਉਨਾ ਕੁ ਸੁਣਨਾ ਜਿੰਨਾ ਸਾਨੂੰ ਚੰਗਾ ਲੱਗਦਾ ਹੈ, ਬਾਕੀ ਗੁਰੂ ਦਾ ਗੁਰੂ ਨੂੰ ਮੁਬਾਰਕ। उन्ना क सुनना जिन्ना सानू चंगा लगता है। नहीं, जो गुर कहे सोई भल मानो। यह सा सेवा कीती सफल है, जित सतगुर का मन मन्ने जा सतगुर का मन मन्निया तां पाप कसम्मल भन्ने। उपदेश जे दिता सतगुरु सो सुनिया सिखी कन्ने। सुरत दा हिस्सा बने गुरु दी सिक्ख्या। तीसरी मूर्ति मूर्तिकार लैके आया। जद ਉਹਦੇ ਕੰਨ 'ਚ ਤੀਲਾ ਪਾਇਆ, ਉਹ ਤੀਲਾ ਅੰਦਰ 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 ਜਾਂਦਾ ਰਿਹਾ। ਕਹਿੰਦੇ ਹਾਂ ਇਹ ਮੂਰਤੀ ਹੈ ਕਿ ਜੋ ਸੁਣ ਰਿਹਾ ਉਹ ਅੰਦਰ ਜਾ ਰਿਹਾ, ਜੋ ਸੁਣ ਰਿਹਾ ਉਹ ਸੁਰਤ ਦਾ ਹਿੱਸਾ ਬਣ ਰਿਹਾ। ਮਹਾਰਾਜ ਜੀ ਕਹਿੰਦੇ ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ। ਅੱਖਾਂ ਉਹਨਾਂ ਚਿਰ ਤੱਕ ਪ੍ਰਵਾਨ ਨਹੀਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਹੈ ਜੋਤ ਰੱਖੀ, हर बिन अवर ना देखो कोई। नेत्री हर निहालिया। दैन उस दिन सुंदर होंदे ने जिस दिन गुरु रामदास कहते हैं सब दिन सरैण देखो गुर अपना, विच अखी गुर पैर धराई। उस दिन नैन परवान ने जद गुरु दे चरण अखां दे विच वस गए, भाव गुरु दा भाव वस गया, फिर उन्हां अखां 'च वाशना नहीं हुंदा, वाशना दी मैल नहीं दिसदी। उन्हां अखां दे विच दुनिया का झूठ पसारा नहीं दिसदा, उन्हां अखां दे विच प्रभु दे प्रेम का वैराग दिसदा है। इनू भाई गुरदास जी कहंदे ना, नाहिन अनूप रूप चितवै क्यों चिंता मन। कोई खूबसूरती नहीं सतगुरु जी इस मार्ग ते चलण लई। यह तन माया पाया प्यारे लीतड़ा लब रंगाए मेरा, कंत ना भावै चोलड़ा प्यारे क्यों तन सेजा जाए। नाहिन अनूप रूप चितवै क्यों चिंता मन। मैं किवें उस वाहिगुरु दा सिमरन करा, किवें कबूल होवां। लोने है ना लोयन। लोने दा मतलब लोचन, सोहने। लोयन लोयन सोहने नहीं होए कि जिन्ना चिर तक गुरु नूं ही इन्हां नेत्रां विच नहीं वसाया। जिस दिन हुण इहदा मतलब यह है कि जद गुरु अखां विच वसन, फिर उस वेले वाशना वाली नजर नहीं रहिंदी, विकारां वाली नहीं रहिंदी, फिर हर रूप नदरी आया दिसदा है। लोने है ना लोयन। ये अखां सोहणियां नहीं होईयां, नहीं होईयां। ते जे होईयां नहीं ते किस तरह उस वाहिगुरु नूं क्यों लोचन बिलोकी है, किवें देखा। रसना रसीली ना है बिनती बखानो कैसे, सुरत ना श्रवणन बचन मधोकी है।
ਇਹ ਰਸਨਾ ਕੌੜੀ ਹੋ ਗਈ ਦੁਨੀਆ ਦਾ ਬੋਲ ਬੋਲ ਕੇ, ਕਦੀ ਬਾਣੀ ਨਹੀਂ ਬੋਲੀ। ਰਸਨਾ ਰਸੀਲੀ ਨਾ ਹੈ ਬੇਨਤੀ ਬਖਾਨੋ ਕੈਸੇ, ਕਿਹੜੀ ਬੇਨਤੀ ਕਰਾਂ। ਸੁਰਤ ਨਾ ਸਰਵਣਨ, ਕਦੀ ਸੁਰਤ ਕਰਕੇ ਸੁਣਿਆ ਨਹੀਂ ਗੁਰੂ ਦਾ ਸ਼ਬਦ, ਉੱਪਰ ਉੱਪਰ ਕਰਕੇ ਸੁਣਿਆ, ਇੱਕ ਕੰਨੀ ਸੁਣਿਆ ਦੂਜੇ ਤੋਂ ਕੱਢਦਾ। ਸੁਰਤ ਨਾ ਸਰਵਣਨ, ਜੇ ਸੁਰਤ ਡੂੰਗੀ ਹੋਏਗੀ, ਗੁਰੂ ਦਾ ਸ਼ਬਦ ਸੁਰਤ ਦੇ ਨਾਲ ਮਿਲੇਗਾ, ਫਿਰ ਉਹਦਾ ਬੋਲਿਆ ਵੀ ਪ੍ਰਵਾਨ ਹੋਏਗਾ। ਮਹਾਰਾਜ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਸੁਰਤ ਨਾਲ ਸ਼ਬਦ ਦਾ ਮਿਲਾਪ ਹੋ ਗਿਆ ਨਾ, ਇਹਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਜਿਹਦਾ ਸੁਰਤ ਦਾ ਮਿਲਾਪ ਨਹੀਂ ਹੋਇਆ, ਲਬ ਕੁੱਤਾ ਕੂੜ ਚੁੜਾ ਠੱਗ ਖਾਦਾ, ਮੁਰਦਾਰ ਪਰ ਨਿੰਦਾ ਪਰ ਮਲ, ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਉਹਦਾ ਬੋਲਣਾ ਰਸਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲਿਆ ਪਤ ਹੋਏ, ਉਨਾ ਚਿਰ ਤੱਕ ਪ੍ਰਭੂ ਦੇ ਨਾਮ ਦਾ ਬੋਲਣਾ ਨਹੀਂ ਆਏਗਾ ਜਿੰਨਾ ਚਿਰ ਤੱਕ ਸੁਣਨਾ ਨਹੀਂ ਆਇਆ। ਪਹਿਲਾਂ ਸੁਣਨਾ ਆਏਗਾ, ਸੁਰਤ ਸਰਵਣ ਦੇ ਨਾਲ ਮਿਲੇਗੀ। ਜੋ ਗੁਰੂ ਦਾ ਬਚਨ ਸੁਣ ਲਿਆ ਉਹ ਸੁਰਤ ਦਾ ਹਿੱਸਾ ਬਣ ਗਿਆ। ਫਿਰ ਮਹਾਰਾਜ ਕਹਿੰਦੇ ਹੁਣ ਬੋਲਿਆ ਪ੍ਰਵਾਨ ਹੈ, ਹੁਣ ਬੋਲਿਆ ਪ੍ਰਵਾਨ ਹੈ। ਇਹ ਬੋਲਣਾ ਇਹ ਗੁਰੂ ਅਰਜੁਨ ਸਾਹਿਬ ਜੀ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਰਸਨਾ ਰਸੀਲੀ ਨਾਹੇ ਬਿਨਤੀ ਬਖਾਨੋ ਕੈਸੇ, ਸੁਰਤ ਨਾ ਸਰਵਨਨ ਬਚਨ ਮਧੋਕੀ ਹੈ। ਕਿਹੜੇ ਬਚਨ ਆਖਾਂ, ਅੰਗ ਅੰਗਹੀਨ ਦੀਨ ਕੈਸੇ ਬਰਮਾਲ ਕਰੋ। ਕਿਵੇਂ ਸਤਿਗੁਰ ਜੀ ਤੁਹਾਡੀ ਸੇਵਾ ਕਰਾਂ, ਕਿਵੇਂ ਸੇਵਾ ਕਰਾਂ। ਅੰਗ ਅੰਗਹੀਨ, ਇਹ ਕੋਈ ਬਾਹਰ ਦੇ ਅੰਗ ਨਹੀਂ, ਇਹ ਪਿੰਗੁਲ ਹੋਈ ਸੁਰਤ ਦਾ ਜ਼ਿਕਰ ਕੀਤਾ ਹੈ। ਸੁਰਤ ਪਿੰਗੁਲੀ ਹੋ ਗਈ ਹੈ, ਸੁਰਤ ਲੰਗੜੀ ਹੋ ਗਈ ਹੈ, ਨਾਮ ਦੇ ਰਸਤੇ ਤੇ ਤੁਰਦੀ ਨਹੀਂ। ਸਿਮਰਨ ਕਰਨ ਬੈਠੀਏ ਤੇ ਸੁਰਤ ਖਿੰਡਦੀ ਹੈ, ਟੇਢੀ ਜਾਂਦੀ ਹੈ ਸੁਰਤ। ਅੰਗ ਅੰਗਹੀਨ ਕੈਸੇ ਬਰਮਾਲ ਕਰੂੰ, ਮਸਤਕ ਭਾਗ ਨ ਹੈ ਕੈਸੇ ਚਰਨ ਧੋਖੀ ਹੈ। ਕਿਵੇਂ ਤੁਹਾਡੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂ ਤੇ ਮਨ ਨੂੰ ਧੋਵਾਂ। ਸੇਵਕ ਸੁਭਾਉ ਨਾ ਹੈ ਪਹੁੰਚ ਨਾ ਸਾਕੋਂ ਸੇਵ। ਅਸੀਂ ਕਹਿੰਦੇ ਮੈਂ ਜੀ ਸੇਵਾ ਕਰ ਰਿਹਾ, ਭਾਈ ਗੁਰਦਾਸ ਜੀ ਕਹਿੰਦੇ ਸੇਵਾ ਸੁਭਾਵ ਤੋਂ ਬਿਨਾਂ ਕੀਤੀ ਹੋਈ ਸੇਵਾ ਹੁੰਦੀ ਨਹੀਂ। ਮਨੋਰਥ ਵਿੱਚ ਕੀਤੀ ਹੋਈ, ਮਨ ਦੇ ਅੰਦਰ ਦੀ ਇੱਛਾ, ਭਾਵੇਂ ਉਹ ਦਾਮ ਦੀ ਹੋਏ ਕਾਮ ਦੀ ਹੋਏ। ਹੁਣੇ ਸਿੰਘ ਸਾਹਿਬ ਜੀ ਨੇ ਕਿਹਾ ਸਾਡਾ ਸਿਰਫ ਮਨੋਰਥ ਗੁਰੂ ਘਰ ਦਾ ਸੁਖਨਾ ਸੁਖ ਲਈਏ, ਸੁਖਨਾ ਪੂਰੀਆਂ ਹੋ ਜਾਣ, ਬਸ ਏਡਾ ਕੁ ਰਹਿ ਗਿਆ। ਸਾਡਾ ਮਨੋਰਥ ਸੁਖ ਮਿਲ ਜਾਏ, ਦੁੱਖ ਖਤਮ ਹੋ ਜਾਏ। ਭਾਈ ਗੁਰਦਾਸ ਜੀ ਕਹਿੰਦੇ ਇਹਦੇ ਵਿੱਚ ਕੀਤੀ ਹੋਈ ਸੇਵਾ ਹੋ ਹੀ ਨਹੀਂ ਸਕਦੀ। ਪਹੁੰਚਣਾ ਸਾਕੋਂ ਸੇਵ, ਉਹਦੀ ਸੇਵ ਤੱਕ ਪਹੁੰਚਣਾ, ਅਲੂਣੀ ਸਿਲ ਚੱਟਣਾ। ਸੇਵਕ ਸੁਭਾਵ ਨਾ ਹੈ ਪਹੁੰਚਣਾ ਸਾਖੋਂ ਸੇਵ, ਨਾਹਿਨ ਪ੍ਰਤੀਤ ਪ੍ਰਭ ਪ੍ਰਭਤਾ ਸਮੋਕੀ ਹੈ। ਪ੍ਰਤੀਤ ਤੋਂ ਬਿਨਾ ਕਿ ਉਹਦੀ ਸੇਵਾ ਕਿਸ ਤਰ੍ਹਾਂ ਹੈ। ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਸੇਵਾ ਦਾ ਇੱਕ ਵੀ ਕਦਮ ਨਹੀਂ ਪੁੱਟਿਆ ਜਾਂਦਾ ਜਿੰਨਾ ਚਿਰ ਤੱਕ ਮਨ 'ਚ ਪ੍ਰਤੀਤ ਨਹੀਂ। ਤੇ ਪ੍ਰਤੀਤ ਕੀ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਤੇ ਮਨ ਸਾਡਾ ਤਾਂ ਮੰਨੇਗਾ ਜਦ ਅਸੀਂ ਗੁਰੂ ਦੇ ਬਚਨਾਂ ਤੇ ਤੁਰਾਂਗੇ, ਫਿਰ ਗੁਰੂ ਮੰਨਣਗੇ। ਇਹਨੂੰ ਮਹਾਰਾਜ ਕਹਿੰਦੇ ਸਰਵਨ ਨਾ ਸੁਰਤ, ਸੁਣਿਆ ਹੋਇਆ ਸੁਰਤ ਦਾ ਹਿੱਸਾ ਨਹੀਂ ਬਣਿਆ। ਨੈਣ ਸੁੰਦਰ ਨਹੀਂ, ਨੇਤਰਾਂ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ, ਰਸ ਨਹੀਂ ਹੈ। ਹਾਂ ਜੇ ਪੁੱਛਣਾ ਹੈ ਤੇ ਗੁਰੂ ਰਾਮਦਾਸ ਜੀ ਨੂੰ ਪੁੱਛੋ। ਹਰ ਅੰਮ੍ਰਿਤ ਭਿੰਨੇ ਲੋਹਿਣਾ, ਮਨ ਪ੍ਰੇਮ ਰਤਨਾ। ਗੁਰੂ ਰਾਮਦਾਸ ਜੀ ਦੇ ਲੋਹਿਣਾ ਨੇਤਰਾਂ ਵਿੱਚ ਨਾਮ ਦਾ ਰਸ ਅੰਮ੍ਰਿਤ ਹੈ, ਨਾਮ ਦਾ ਵੈਰਾਗ ਹੈ। ਇਹ ਵੈਰਾਗ ਕੀ ਕਰਦਾ ਹੈ, ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਸੁਰਤ ਨੂੰ ਉੱਚਾ ਕਰ ਦਿੰਦਾ ਹੈ। ਦਿਖਦਾ ਹੋਇਆ ਸਾਰਾ ਸੰਸਾਰ ਉਹੀ ਹੈ ਜੋ ਆਮ ਬੰਦਾ ਦੇਖ ਰਿਹਾ, ਪਰ ਇੱਕ ਸੰਤ ਇੱਕ ਸਾਧ ਦਾ ਦੇਖਣਾ ਤੇ ਆਮ ਲੋਕਾਂ ਦਾ ਵੇਖਣਾ ਬੜਾ ਫਰਕ ਹੁੰਦਾ ਹੈ। ਜਦ ਗੁਰੂ ਨੇ ਦਿੱਤੇ ਹੋਏ ਨੇਤਰ, ਇਹਨੂੰ ਹੀ ਤੇ ਕਹਿੰਦੇ ਆ ਭਾਈ ਭਗਤ ਕਬੀਰ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਚਸ਼ਮਾ ਦੇਵਾਂ ਇੱਕ ਰੱਬ ਦਾ, ਤੁਹਾਡੀ ਸੋਚ ਤੁਹਾਡੀ ਤਕਣੀ ਬਦਲਾਂ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦੰਗ ਬੂਦ, ਕਿ ਉਹ ਸੱਤ ਅਸਮਾਨ ਸੱਤ ਪਤਾਲ, ਜਦ ਤੁਸੀਂ ਉਸ ਖੁਦਾਈ ਦੀ ਨਜ਼ਰ ਤੋਂ ਦੇਖੋਗੇ ਫਿਰ ਤੁਹਾਨੂੰ ਲੱਗੇਗਾ ਲੱਖਾਂ ਹੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਫੇਰੀ ਬਗਦਾਦ ਦੀ ਹੈ, ਅੱਗੇ ਮੱਕੇ ਤੋਂ ਬਾਅਦ। ਉੱਥੇ ਜ਼ਿਕਰ ਭਾਈ ਗੁਰਦਾਸ ਜੀ ਨੇ ਕਿਹਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਜੀ ਵੀ ਨਾਲ ਨੇ। ਉਹਨਾਂ ਦਾ ਅਕੀਦਾ ਹੈ, ਉਹਨਾਂ ਦੇ ਬਜ਼ੁਰਗ ਹਾਜੀ ਹੋਣਗੇ, ਹਜ ਕਰਦੇ ਹੋਣਗੇ,
पर उन्होंने नहीं रोकिया गुरु नानक साहब नूं। क्यों? पता है गुरु नानक साहब सच की गल करन आ रहे हैं। वो गल कर रहे हैं जिस गल नूं करना अत लाजमी है। बाहर जाए किया अस्थाना, एक बाबा अकाल रूप दूजा रबाबी मर्दाना, दित्ती बांग निवाज कर सुन समाद होआ जहाना, सुन मुन नगरी पई पे देख पीर पया है राणा। उत्थे दस्तगीर पीर आया से उठ के पत्थर संगे खेज करन वास्ते। सतगुरु गुरु नानक साहब नूं पत्थर मारन आए सन, पर शब्द जे जीवन काजी लत मारदा है, लत दा जवाब लत नाल सारी दुनिया देगी, लत दा जवाब मत नाल गुरु साहब ही दे सकते हैं। विचार है। पत्थर मारन आए ने, गुरु नानक साहब ने शब्द की कला वरताई, वो पत्थर दिल भी मोम हो गए जब अंदर शब्द वरत्या। दिखा दिता सतगुरु जी ने कि वो हर थां ते है, ਉਹਦਾ संगीत ਉਹਦੀ मौसीकी ते सारी कायनात गा रही है। इसी गल नूं सतगुरु जी ने सानू समझाया कि इस गल नूं समझिए। सतगुरु गुरु नानक साहब जी का यही बचन है ना, यही सतगुरु। दस्तगीर पीर ने पूछा सी कौन पीर किसका करे आना, बड़े सारे सवाल जवाब होए, तो महाराज जी ने बस नजरिया बदलिया कि दस्तगीर पीर वो सब दे विच है। यही गल भगत कबीर जी ने आसमान म्याने लहंग दरिया, उत्थे गुरु नानक साहब जी ने पदा उचारिया, बगदाद की धरती ते पाताला पाताल लख आगासा आगास ओड़क ओड़क भाल थके। ये वाली ये शब्द महाराज जी ने उत्थे उचारिया। कबीर साहब जी भी यही कहते, आसमान म्याने लहंग दरिया गुसल करदंग बूद कर फकर दायम लाए चश्मे। आ देख, आ नजरां दे नाल देख, दुनियावी नजर छड्ड ते गुरु दी दित्ती हुई नजर। कबीर सतगुर सूरमै बाह्या बानजू एक लागत ही भोए गिर परिया परा करे जे शेख। आ नजर नाल देख, आसमान में आने लहंग दरिया गुसल करदंग बूद कर फकर दायम लाए चश्मै जह तहां मौजूद। जद वाहिगुरु गुरु दी दित्ती हुई नजर नाल वेखेगा फिर सारी थां ते ओ दिसेगा। सुरत ना श्रवण, श्रवण ना सुरत, नैन सुंदर नहीं। ते अगे साहिब जी कहते आरत द्वार रटत पिंगुरिया। आरत लफ्ज बनया आतर तो भाई सब भाई वीर सिंह जी इस आरत का अर्थ आतर तो करते हैं अपनी गुरबानी संथ्या दे विच। वो कहते इस आरत का मतलब आतर है। आतर का मतलब दुखी, दीन, सताया होया, कल्पिया होया। हुण सतगुरु जी तुहाडे दर ते आया, सगल द्वार को छाड़ के गए हो तो हारो द्वार। यह अवस्था है। फिरत फिरत प्रभ आया परया तो शरणाई। नानक की प्रभ बेनती आए परया तो शरणाए। सतगुरु जी तुहाडी शरण आया ते तुहाडी शरण जेड़ा आंदा है, जो शरण आवे तिस कंठ लावे। ये बिरद स्वामी संदा, ये तुहाडा बिरद है। श्रवण न सुरत नैन सुंदर नहीं। इसी गल नूं ते क्या सी भगत नामदेव जी ने जपहीन तपहीन ये सब कुछ है। इसी गल नूं देवा पाहन तारियले राम कहत जन कस ना तरे। तारिले गनिका बिन रूप कुबिजा ब्याद अजामल तारियले। चरण बदत जन तेयु मुकत पे हाँ बल बल जिन राम कहे। दासी सुत जन बिदर सुदामा उग्र सैन को राज दिए। जपहीन तपहीन कुलहीन क्रमहीन। तावी आया सतगुरु जी तुहाडे कोल। जपहीन तपहीन कुलहीन क्रमहीन नामे के स्वामी तेऊ तरे। सतगुरु जी तुहाडे दर ते आया। रहमत करो गुरु हरकृष्ण साहब जी, तुहाडे दर तो कोई खाली नहीं गया। इस दर दी रहमत है। कबीर जेह दर आवत जात हो हटकै ना ही कोय। सो दर कैसे छोड़िया जो दर ऐसा हो। इस दर दी रहमतां सुनिया ने। सतगुरु जी मैं तुहाडे दर ते आरत द्वार रटत। रटत कहंदे मैं बार बार पुकार रहा, जिन्हों असी कहंदे रटन करना। बार बार मैं अरदास कर रहा। पुकरिया पिंगुरिया। पिंगुरिया कहंदे मैं पिंगुल रूप होके, मेरी सुरत पिंगुल है। ते सुनिया इस दर दी महिमा। पिंगुल पर्वत पार परे खल चतुर बकीता। पिंगुलां नूं भी पिंगुल सुरत भी तोड़ दिंदे हो। शरीर ते बहुत छोटी चीज है। पिंगुल सुरत जेड़ी हुई है वह भी सिद्धि कर देंगे हो सतगुरु जी, वह भी नरोई कर देंगे हो। पिंगुल पर्वत पार परे खल चतुर बकीता।
ਗੂੰਗਿਆਂ ਨੂੰ ਬੁਲਾ ਦਿੰਦੇ ਹੋ ਸਤਿਗੁਰੂ ਜੀ, ਖਲ ਮੂਰਖਾਂ ਨੂੰ ਗਿਆਨ ਦੇ ਦਿੰਦੇ ਹੋ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਚਤੁਰ ਬਣਾ ਦਿੰਦੇ ਹੋ। ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਸਤਿਗੁਰ ਜੀ ਆਰਤ ਦੁਆਰ ਰਟਤ ਪਿੰਗੁਰੀਆ, ਮੈਂ ਪਿੰਗੁਲਾ ਹੋ ਕੇ ਆਇਆ। ਇਹ ਬਖਸ਼ਿਸ਼ ਹੈ, ਇਹ ਬਖਸ਼ਿਸ਼। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦੀਤਾ। ਇੱਕ ਹੀ ਕਿਰਪਾ ਕੀਤੀ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ। ਸਿੰਘ ਬਿਲਾਈ ਦੇ ਦੋ ਅਰਥ। ਪਹਿਲਾ ਅਰਥ ਇਹ ਕੀਤਾ ਹੈ ਸ਼ੇਰ ਵਰਗਾ ਖੁੰਖਾਰ ਸੁਭਾਅ, ਬਿੱਲੀ ਵਰਗਾ ਹੋ ਗਿਆ। ਪਰ ਇੱਕ ਵਿਦਵਾਨ ਨੂੰ ਮੈਂ ਪੜਿਆ, ਸਿੰਘ ਬਿਲਾਈ ਹੋਏ ਗਇਓ, ਕਿ ਬਿੱਲੀ ਵਰਗਾ ਡਰਪੋਕ ਸੁਭਾਅ ਗੁਰੂ ਦੇ ਸ਼ਬਦ ਵਿੱਚ ਸਿੰਘ ਵਰਗਾ ਕਰਤਾ ਗੁਰੂ ਨੇ, ਕਿ ਉਹਦੇ ਅੱਗੇ ਨਿਰਭਉ ਜਪੈ ਸਗਲ ਭਾਉ ਮਿਟੈ। ਕਿ ਬਿੱਲੀ ਵਰਗਾ ਡਰਪੋਕ ਸੁਭਾਅ, ਮੌਤ ਤੋਂ ਹਰ ਚੀਜ਼ ਤੋਂ ਡਰਨ ਵਾਲਾ ਵੀ ਸਿੰਘ ਬਣਾਤਾ, ਨਿਰਭਉ ਕਰਤਾ। ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਿਖੀਤਾ, ਤਿਣਕੇ ਨੂੰ ਸੁਮੇਰ ਕਰ ਦਿੱਤਾ। ਸ਼ਰਮ ਕਰਤੇ ਦਮ ਆਡਕੋ ਤੇ ਗਨੀ ਧਨੀਤਾ। ਸਤਿਗੁਰੂ ਜੀ ਆਰਤ ਦੁਆਰ ਰਟਤ ਪਿੰਗੁਰੀਆ, ਰਹਿਮਤ ਕਰੋ ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਦੀਨਾ ਨਾਥ ਹੋ, ਦੀਨਾ ਦੇ ਨਾਥ ਹੋ। ਜਿਹੜਾ ਦੀਨ ਬਣ ਕੇ ਤੁਹਾਡੇ ਦਰ ਤੇ ਆਇਆ, ਉਹਨੂੰ ਉਹਦੀ ਬਾਂਹ ਪਕੜਨ ਵਾਲੇ ਹੋ। ਸਤਿਗੁਰੂ ਜੀ ਨੇ ਤੇ ਸਭ ਨੂੰ ਧੰਨ ਆਖਿਆ, ਸਭ ਨੂੰ ਵਾਹ ਵਾਹ ਆਖਿਆ, ਠੀਕ ਹੈ, ਸਭ ਵਧੀਆ। ਜੋ ਪੱਥਰ ਵੀ ਮਾਰਨ ਆਇਆ, ਵੱਟੇ ਵੀ ਮਾਰਨ ਆਇਆ, ਸਤਿਗੁਰੂ ਜੀ ਤੇ ਉਹਨਾਂ ਨੂੰ ਵੀ ਅਸੀਸਾਂ ਦੇ ਰਹੇ ਨੇ ਕਿ ਭਾਈ ਐਵੇਂ ਨਹੀਂ, ਵਸੇ ਰਹੋ, ਉੱਜੜ ਜਾਓ। ਇਹ ਸਤਿਗੁਰੂ ਜੀ ਦੀਆਂ ਅਸੀਸਾਂ ਨੇ। ਜਿਹੜੇ ਨਾਮ ਧਨ ਦੇ ਰਸੀਏ ਨੇ, ਸਤਿਗੁਰੂ ਜੀ ਨੇ ਕਿਹਾ ਉੱਜੜ ਜਾਓ। ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਤੇ ਜਿਹੜੇ ਵੱਟੇ ਮਾਰਦੇ ਨੇ ਕੂੜ, ਕੁਛ ਸੱਤ ਬੋਲਦੇ, ਮਾਰ ਕਹਿੰਦੇ ਇੱਥੇ ਹੀ ਵਸੇ ਰਹੋ, ਇੱਥੇ ਹੀ ਵਸੇ ਰਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਰਹਿਮਤ ਹੈ। ਸਤਿਗੁਰੂ ਜੀ ਨੇ ਰਹਿਮਤਾਂ ਵਰਸਾਈਆਂ। ਦੀਨਾਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਹਿਤਰੀਆ ਮਤਲਬ ਮਾਤਾ। ਬਿਹਾਰ ਵਿੱਚ ਮਹਿਤਾਰੀ ਆਖਿਆ ਜਾਂਦਾ ਮਾਤਾ ਨੂੰ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾਂ, ਸਭਨੀ ਥਾਈ ਤਾ ਪਾਉ ਕਿਹਾ ਕਾੜਾ ਚੀਓ। ਇਹ ਵਿਸ਼ਵਾਸ ਸਾਡੇ ਅੰਦਰ ਪੈਦਾ ਹੋਵੇ। ਜਿਸ ਤਰ੍ਹਾਂ ਸੰਸਾਰ ਦੇ ਪਿਤਾ ਮਾਤਾ ਨਾਲ ਅਸੀਂ ਪ੍ਰੀਤ ਕੀਤੀ ਹੈ, ਇਹੀ ਪ੍ਰੀਤ ਗੁਰੂ ਨਾਲ ਕਰਨੀ ਹੈ। ਬਸ ਉਹੀ ਪ੍ਰੀਤ ਹੈ, ਕੋਈ ਫਰਕ ਨਹੀਂ ਹੈ। ਉਹੀ ਪ੍ਰੀਤ ਸਾਡੀ ਗੁਰੂ ਦੇ ਸ਼ਬਦ ਨਾਲ ਹੋਣੀ ਚਾਹੀਦੀ, ਗੁਰੂ ਨਾਲ, ਪ੍ਰਭੂ ਨਾਲ ਹੋਣੀ ਚਾਹੀਦੀ। ਕਿਉਂਕਿ ਅੰਤ ਦੇ ਵਿੱਚ ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ, ਸੋ ਸਿਮਰੋ ਪ੍ਰਧਾਨ ਹੈ। ਉਹ ਰਹਿਣ ਵਾਲਾ ਹੈ। ਸਾਈਂ ਮਹਿੰਡਾ ਇਠੜਾ, ਅਮ ਅੱਬੇ ਥਾਮੋ ਮਿਠੜਾ। ਦੁਨੀਆ ਦੇ ਅਮ ਅੱਬਾ ਚਲੇ ਜਾਣਗੇ, ਪਰ ਪ੍ਰਭੂ ਦਾ ਨਾਮ ਉਹ ਸਦਾ ਨਾਲ ਵਸੇਗਾ। ਚਰਨ ਕਵਲ ਹਿਰਦੈ ਗਹਿ ਨਾਨਕ, ਢੈ ਸਾਗਰ ਸੰਤ ਪਾਰ ਉਤਰੀਆ। ਅੰਤਮ ਤੁਕ ਦੇ ਵਿੱਚ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ, ਚਰਨ ਕਵਲ ਹਿਰਦੈ ਗਹਿ ਨਾਨਕ, ਕਿ ਆਪਣੇ ਹਿਰਦੇ ਦੇ ਵਿੱਚ ਗੁਰੂ ਦੀ ਬਾਣੀ, ਬਾਣੀ ਹੀ ਚਰਨ ਕਵਲ ਹੈ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੀ ਚਰਨ ਕਵਲ ਹੈ। ਅੱਜ ਹਿਰਦੇ ਵਿੱਚ ਕੀ ਹੈ? ਬਾਬਾ ਫਰੀਦ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਬਰੀਕ ਅਕਲ ਵਾਲਾ ਹੈ ਤੂੰ, ਲਤੀਫ ਅਕਲ ਵਾਲਾ ਹੈ, ਤੇ ਫਿਰ ਆਪਣੇ ਮਨ ਵਿੱਚ ਦੇਖ ਕਿ ਤੇਰੇ ਲੇਖਾਂ ਉੱਤੇ ਭੇਖ ਦੀ ਲੋੜ ਤੇ ਨਹੀਂ ਪੈ ਰਹੀ। ਕਿ ਮਨ ਦੇ ਅੰਦਰ ਕਾਲੇ ਲੇਖ ਲਿਖੇ ਹੋਣ ਤੇ ਬਾਹਰ ਤੂੰ ਭੇਖ ਚਿੱਟੇ ਪਾਏ ਹੋਣ, ਧਰਮੀ ਪਾਏ ਹੋਣ। ਸੱਜਣ ਠੱਗਦਾ ਇਹ ਹਾਲ ਸੀ। ਸੱਜਣ ਜੀ ਬਾਹਰੋਂ ਭੇਖ ਸੀ, ਆਓ ਗੁਰੂ ਨਾਨਕ ਸਾਹਿਬ ਤੁਹਾਡੀ ਸੇਵਾ। ਭਾਈ ਮਰਦਾਨਾ ਜੀ ਕਹਿੰਦੇ ਵਾਹ, ਸੱਜਣ ਪੁਰਖ ਵੀ ਨੇ। ਮਹਾਰਾਜ ਕਹਿੰਦੇ ਸੱਜਣ ਨਹੀਂ, ਠੱਗ ਹੈ।
सतगुरु जी ने बचन गाया, सज्जन से ही नाल मैं उजल कहा चिलकना घोटम कालड़ी मस धोतियां झूठ ना उतरै जे सौ धोवां तिस सज्जन से ही नाल मैं चलदियां नाल चलन जिथै लेखा मंगिया तिथै खड़े दिसन। बाहरों कुछ होर अंदरों कुछ होर, इवें नहीं, पर हिरदे दे अंदर नाम बसे। चरण कवल हिरदै गह नानक घुट के फड़ लीए। इस करके सतगुरु गुरु नानक साहब महाराज जी हर थां ते जाके गुरु दे शब्द दी प्रीत, दुनी चंद नूं सूई दिती, महाराज कहंदे आ लै सूई नाल अगे लै जाई, मैनूं उत्ते दे दी। वापस भजिया आया सतगुरु जी, ये ते जा ही नहीं सकदे। महाराज ने कहा शब्द जांदा है नाल, शब्द हिरदे च वसाओ। कोई सूई भी नाल नहीं जाण वाली, इक्को एक चीज है जिहड़ा गुरु का शब्द है, ये नाल जाएगा, ये सदा नाल वसन वाला है। इस शब्द नाल जल नहीं डोबै तस्कर नहीं लेवै भाहे ना साकै जाले, इनू कोई खो नहीं सकता। ये शब्द नाल है। पर यह ना होए फाही सुरत मलूकी वेस हौं ठगवाड़ा ठगी वेस खरा सियाणा बहुता भार धानक रूप रहा करतार। हिरदे विच नाम वसे। महाराज कहंदे बाहरों दिखावा ना होए कला, अपनड़े गिरीवान मैं सिर नीवा कर दे। चरण कवल हिरदै गह नानक, हिरदे विच घुट के गुरु दे शब्द नूं पकड़ीए। ते जिन्हां ने पकड़िया, जिन्हां ने वसाया, भै सागर संत पार उतरिया। वो संत जन, संत दा तत्ता मुक्ता है, बहुवचन। वो प्यारे, वो गुरमुख प्यारे, वो ज्ञानी, वो नाम दी अवस्था नूं जानन वाले, वो सारे महाराज जी कहंदे इस भै सागर तो, ये धानक सागर तो वो पार उतर जाते हैं। ये सागर की है? पंकज मोह पग नहीं चालै हम देखा तह डूबिया। ये अग है, इत्थे इहदे विच दुख सुख है, हरक सुख है। सतगुरु जी रहमत करन साडे सबनां नूं, साडे मेरे वर्गे नूं भी सतगुरु जी रहमत करके इस भै सागर तो तरन दी जुगत बख्शण। कहना सौख है, तरना बड़ा औखा है। सतगुरु गुरु अर्जुन देव जी महाराज जी दे ये बचन, जिथों सतगुरु जी ने एक पार ब्रह्म परमेश्वर वाहिगुरु जी की असीम ताकत कि जिथे कोई नहीं पहुंच सकता उथे राखा प्रभु है। ओदी भुजां पहुंचदियां ने, ओदी ताकत पहुंचती है, ओदी रहमत है, वो सब नूं देखण वाला है। इस करके भगत नामदेव जी ने कहा सी कि उस तो बिना कोई होर नहीं है, वही है। और उसी दी ताकत सब तो उत्तम है। सतगुरु जी बख्शिश करन।